ਇੱਕ ਨਜ਼ਰੀਆ ਇੱਕ ਤਰਫਾ ਸੋਚ ਵਿੱਚ ਧੁੱਪ ਵਿੱਚ ਉੜਦੀ ਧੂੜ ਦੇ ਕਣ ਇਕੱਠੇ ਕਰਦਾ ਆਪਣੀ ਪਹਿਚਾਣ ਸਥਾਪਿਤ ਕਰਦਾ ਹੈ। ਪਿਛਲੀਆਂ ਕੜੀਆਂ ਦਾ ਤਾਣਾ ਬਾਣਾ ਬੁਣਦਾ ਉਤਸ਼ਾਹ ਅਤੇ ਪ੍ਰੇਰਣਾ ਨੂੰ ਅੱਗੇ ਤੋਰਦਾ ਹੈ। ਇਨਸਾਨ ਦੇ ਜਜ਼ਬਾਤਾਂ ਦਾ ਅਤੇ ਭਾਵਨਾਵਾਂ ਦਾ ਦਿਲ ਕਿੱਥੇ ਧੜਕਦਾ ਹੈ ਅਤੇ ਕਿਹੜਾ ਲਹੂ ਇਹਨਾਂ ਦੀਆਂ ਰਗਾਂ ਵਿੱਚ ਵਗਦਾ ਹੈ, ਇਸ ਨੂੰ ਸਮਝਣ ਦੀ ਲੋੜ ਵਿੱਚ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਪਿਛਲੀ ਕੜੀ ਵਿੱਚ ਮੋਸ਼ਨ ਕ੍ਰੀਏਟਸ ਇਮੋਸ਼ਨ ਨੂੰ ਸਮਝਣ ਲਈ ਤਤਪਰ ਹਾਂ, ਪਰ ਕਿਸ ਚੀਜ਼ ਤੇ ਮਨੁੱਖ ਦੇ ਜਜ਼ਬਾਤ ਤੇ ਭਾਵਨਾਵਾਂ ਇੱਕ ਡੈਡ ਐਂਡ ਤੇ ਜਾ ਰੁਕ ਜਾਂਦੇ ਹਨ। ਇਹਨਾਂ ਗੰਢਾਂ ਨੂੰ ਖੋਲ ਕੇ ਇੱਕ ਨਵੀਨਤਮ ਪੁਸ਼ਾਕ ਬੁਣਨ ਦਾ ਉਪਰਾਲਾ ਕਰਾਂਗੇ। ਮੂਲ ਰੂਪ ਵਿੱਚ ਜੀਵਨ ਦੇ ਸਫ਼ਰ ਦੇ ਅਹਿਸਾਸ ਨੂੰ ਫਿਜ਼ੀਕਲ ਅਤੇ ਨਾਨ ਫਿਜ਼ੀਕਲ ਵਿੱਚ ਵੰਡਾਂਗੇ। ਦੇਖਣਾ ਇਹ ਪਵੇਗਾ ਕਿ ਮਨੁੱਖ ਦਾ ਸੁਭਾਅ ਕਿਸ ਤਰ੍ਹਾਂ ਘੜਿਆ ਜਾਂਦਾ ਹੈ। The human experience envelops the amalgamation of physical and non-physical forces which carves the human behavior. Reversing the adverse influences and eroding factors can form new habits with resultant effect of evolution of desires and dreams. ਇਸ ਨੂੰ ਇੱਕ ਡਾਇਗਰਾਮੈਟਿਕ ਰੂਪ ਵਿੱਚ ਇਮੋਸ਼ਨਸ ਅਤੇ ਫੀਲਿੰਗਸ ਨੂੰ ਸੈਂਟਰ ਵਿੱਚ ਰੱਖ ਕੇ ਫਿਜ਼ੀਕਲ ਤੇ ਨਾਨ ਫਿਜ਼ੀਕਲ ਫੈਕਟਰਸ ਨੂੰ ਸਮਝਣਾ ਪਵੇਗਾ। ਇਮੋਸ਼ਨਸ ਤੇ ਫੀਲਿੰਗਸ ਇੱਕ ਉੱਪਰਲੀ ਸਤਹ ਵਿੱਚ ਮੌਜੂਦ ਹੁੰਦੇ ਹਨ। ਇੱਕ ਉਦਾਹਰਨ ਸਰੂਪ, ਜਦੋਂ ਕੋਈ ਮਨੁੱਖ ਐਂਜ਼ਾਈਟੀ, ਡਿਪਰੈਸ਼ਨ, ਸੈਡਨੈਸ, ਫੀਅਰ, ਐਂਗਰ, ਪੈਨਿਕ ਅਟੈਕਸ ਦੇ ਸਿੰਪਟਮਸ ਲੈ ਕੇ ਡਾਕਟਰ ਕੋਲ ਜਾਂਦਾ ਹੈ, ਡਾਕਟਰ ਉਸ ਦਾ ਇਲਾਜ ਸਿਰਫ ਫਿਜ਼ੀਕਲ ਲੈਵਲ ਤੇ ਕਰ ਸਕਦਾ ਹੈ, ਪਰ ਨੈਗੇਟਿਵ ਇਮੋਸ਼ਨਸ ਐਂਡ ਫੀਲਿੰਗਸ ਦਾ ਵਿਗਾੜ ਕਦੀ ਤੇ ਫਿਜ਼ੀਕਲ ਲੈਵਲ ਤੇ ਹੁੰਦਾ ਹੈ ਅਤੇ ਕਦੀ ਨਾਨ ਫਿਜ਼ੀਕਲ ਲੈਵਲ ਦੀ ਗੁੱਝੀ ਸਤਹ ਵਿੱਚ। Brain, which produces the specific hormones of emotions, is affected by thoughts in both voluntary and involuntary situations. Physical and chemical influences such as pain, disease and diet stimulates the hormones, which in turn produces a particular set of emotions. On the other hand, habitual thoughts through quiet beliefs perpetuates a loop of negative effects on the body through same set of hormones which sculpts human emotions and feelings. In concise, emotions and feelings are affected by thought vibrations from one direction and bodily negative vibrations through pain and disease. ਹੁਣ ਇਸ ਨੂੰ ਇੱਕ ਇੱਕ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮਨ ਜਾਂ ਮਾਈਂਡ ਸੋਚਾਂ ਦਾ ਸੰਗ੍ਰਹਿ ਹੈ। ਬ੍ਰੇਨ ਇੱਕ ਫਿਜ਼ੀਕਲ ਆਰਗਨ ਹੈ। ਨਾਨ ਫਿਜ਼ੀਕਲ ਲੈਵਲ ਤੇ ਜਿਵੇਂ ਪਿਛਲੀ ਕੜੀ ਵਿੱਚ ਦੇਖਿਆ ਸੀ, ਵੋਲੰਟਰੀ ਤੇ ਨਾਨ ਵੋਲੰਟਰੀ ਸਿਚੁਏਸ਼ਨਸ ਨੂੰ ਝੇਲਦਾ, ਨੈਗੇਟਿਵ ਇਮੋਸ਼ਨਸ ਐਂਡ ਫੀਲਿੰਗਸ ਨੂੰ ਸੰਭਾਲ ਉਤਸ਼ਾਹਹੀਨ ਜੀਵਨ ਬਤੀਤ ਕਰਦਾ ਹੈ। ਦੂਜੇ ਪਾਸੇ ਨਾਨ ਫਿਜ਼ੀਕਲ ਲੈਵਲ ਤੇ ਬਿਲੀਫ ਸਿਸਟਮ ਤੋਂ ਆਉਂਦੀਆਂ ਹੈਬਿਚੁਅਲ ਥਾਟਸ ਇਮੋਸ਼ਨਸ ਨੂੰ ਕੱਢਦੇ ਹਨ। ਫਿਰ ਆ ਜਾਂਦੇ ਹਨ ਫਿਜ਼ੀਕਲ ਲੈਵਲ ਤੇ ਡਾਈਟ ਐਂਡ ਓਬੇਸਿਟੀ। ਹਾਥੀਨੁਮਾ ਸਰੀਰ ਚੁੱਕ ਕੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਨਾ ਬਰਦਾਸ਼ਤ ਕਰ ਸਕਣਾ, ਅਣਵੱਡੀ ਇਮੋਸ਼ਨਸ, ਐਂਗਰ ਤੇ ਬਲੇਮ ਦਾ ਮੁੱਖ ਕਾਰਨ ਬਣਦੇ ਹਨ। ਦੂਸਰੇ ਪਾਸੇ ਲੌਂਗ ਸਟੈਂਡਿੰਗ ਇਲਨੈਸਿਸ, ਪੇਨ ਡਿਊ ਟੂ ਡਿਜ਼ੀਜ਼ ਇੱਕ ਮੁੱਖ ਕਾਰਨ ਬਣਦੇ ਹਨ ਨੈਗੇਟਿਵ ਇਮੋਸ਼ਨਸ ਦਾ। ਇਹਨਾਂ ਦੋ ਮੁੱਖ ਕਾਰਨਾਂ ਨੂੰ ਸਮਝ ਕੇ ਕੋਈ ਵੀ ਇਨਸਾਨ ਚਾਰ ਚੁਫੇਰਿਓਂ ਮਨ ਨੂੰ ਕਾਬੂ ਕਰ ਸਕਦਾ ਹੈ। ਮਨ ਨੂੰ ਕਾਬੂ ਕਰਦੇ ਹੀ ਇੱਛਾਵਾਂ ਤੇ ਆਸਾਂ ਜਨਮ ਲੈਂਦੀਆਂ ਹਨ। Once you acknowledge the emotions, owns the responsibility and control your thoughts, the journey begins. Dreams and desires emerges beyond speculation. The challenge to live a life
in its fullness begins. ਇਹਨੂੰ ਹੀ ਤਾਂ ਕਹਿੰਦੇ ਹਨ ਆਪਣਾ ਸਪਿਰਿਚੁਅਲ ਗਾਈਡ ਆਪ ਬਣਨਾ। मोटिवेशन एंड इंस्पिरेशन, एक नजरिया।